ਹੈਲੋ। ਹੋਰ ਕੀ ਹਾਲ ਚਾਲ? ਠੀਕ ਸਭ? ਘਰ ਦੇ ਠੀਕ ਸਾਰੇ? ਹਾਂ ਹਾਂ, ਮੈਂ ਵੀ ਠੀਕ ਯਾਰ ਬਹੁਤ। ਚੱਲ ਆਪਾਂ ਸ਼ੁਰੂ ਕਰਨੇ ਹੁਣ ਅੱਜ। ਯਾਰ ਅੱਜ ਦਾ ਟੌਪਿਕ ਸ਼ੁਰੂ ਕਰਨ ਤੋਂ ਪਹਿਲੇ ਮੇਰੀ ਗੱਲ ਧਿਆਨ ਨਾਲ ਸੁਣ ਲਓ। ਅੱਜ ਦਾ ਟੌਪਿਕ ਬਿਲਕੁਲ ਆਸਾਨ ਹੈ। ਫਾਈਨੈਂਸ਼ੀਅਲ ਸਟੇਟਮੈਂਟ ਦੇ ਬਾਰੇ ਆਪਾਂ ਗੱਲ ਕਰਨੀ ਹੈ। ਇਹਦੇ ਸਾਰੀ ਬੇਸਿਕ ਗੱਲਾਂ ਹੈਗੀਆਂ। ਬੈਲੈਂਸ ਸ਼ੀਟ, ਪੀ ਐਂਡ ਐਲ, ਸਾਰੀ ਚੀਜ਼ਾਂ ਉਹਦੇ ਇਰਦ ਗਿਰਦ ਹੀ ਘੁੰਮੀਆਂ ਹੈਗੀਆਂ। ਤੁਹਾਨੂੰ ਯਾਰ ਅੱਧੀ ਚੀਜ਼ਾਂ ਸਾਰੀਆਂ ਪਤਾ ਹੈਗੀਆਂ, ਪਰ ਚੱਕਰ ਹੈ ਯਾਰ ਜਦੋਂ ਐਗਜ਼ਾਮ 'ਚ ਤੁਹਾਨੂੰ ਸਿੱਧੇ ਉਹਨਾਂ ਨੇ ਕੁਐਸਚਨ ਪੁੱਛ ਲੈਣਾ ਹੈ, ਤੁਹਾਨੂੰ 5 ਜਾਂ 6 ਪੇਜ ਦਾ ਲਿਖਣੇ ਪੈਣਾ। ਤੁਸੀਂ ਸਿੱਧੇ ਤੁਹਾਨੂੰ ਕਹਿ ਦੇਣਗੇ ਵੀ ਫਾਈਨੈਂਸ਼ੀਅਲ ਸਟੇਟਮੈਂਟ ਨੂੰ 5 ਜਾਂ 6 ਪੇਜ ਦਾ ਲਿਖ ਲਓ, ਤੁਹਾਡੇ ਕੋਲ ਇੱਦਾਂ ਲਿਖਣਾ ਮੁਸ਼ਕਿਲ ਹੋ ਜਾਣਾ। ਅਤੇ ਤਾਂ ਕਰਕੇ ਮੈਂ ਤੁਹਾਨੂੰ ਇਹ ਟੌਪਿਕ ਕਰਾਉਣ ਲੱਗਾ। ਹੁਣ ਕਈ ਜਣੇ ਕਹਿਣ ਡੇ ਸੀਗੇ ਵੀ ਇਹ ਟੌਪਿਕ ਨੂੰ ਸਰ ਨਾ ਕਰਾਓ, ਪਰ ਯਾਰ ਮੈਨੂੰ ਲੱਗਣ ਡਿਆ ਜੇ ਆ ਗਿਆ ਤੁਹਾਡੇ ਕੋਲ ਲਿਖਣਾ ਇਹੀ ਟੌਪਿਕ ਨੂੰ ਮੁਸ਼ਕਿਲ ਹੋ ਜਾਣਾ ਬਾਕੀ ਟੌਪਿਕ ਦੇ ਕੰਪੇਅਰਜ਼ਨ। ਠੀਕ ਹੈ, ਤਾਂ ਕਰਕੇ ਇਹਨੂੰ ਕਰਾਉਣਾ ਜ਼ਰੂਰੀ ਹੈਗਾ। ਮੈਂ ਇਹਦੇ 'ਚ ਐਗਜ਼ਾਮ ਕੁਐਸਚਨ ਵੀ ਕਵਰ ਕਰਾਵਾਂਗਾ ਅਤੇ ਉਹ ਵੀ ਕੁਐਸਚਨ ਕਵਰ ਕਰਾਵਾਂਗਾ ਜਿਹੜੇ ਕਿ ਥੋੜ੍ਹੇ ਐਡੀਸ਼ਨਲ ਹੈਗੇ ਆ, ਹਾਂ, ਕਿਉਂਕਿ ਹੋ ਸਕਦਾ ਵੀ ਉਹ ਵੀ ਆ ਜਾਣ। ਹਾਂ, ਅਤੇ ਆਪਾਂ ਸਾਰਾ ਕਵਰ ਕਰਨ ਦੇ ਚੱਲਾਂਗੇ। ਹੁਣ ਜਿਹੜਾ ਮੈਂ ਤੁਹਾਨੂੰ ਕੱਲ੍ਹ ਜਾਂ ਪਰਸੋਂ ਜਿਹੜਾ ਕਰਾਇਆ ਸੀਗਾ ਕਿ ਉਹ ਰਿਵਾਈਜ਼ ਕਰਕੇ ਆਏ ਹੋ ਤੁਸੀਂ ਸਾਰੇ? ਕਿਤੇ ਦਾ ਰਿਵਾਈਜ਼? ਕਿਤੇ ਦਾ ਫੁੱਲ ਕੀਤਾ? ਪੁੱਛ ਲਾਂ? ਨਹੀਂ ਨਹੀਂ ਭਾਈ, ਚਲ ਕੋਈ ਨਹੀਂ ਯਾਰ। ਬਸ ਇਹ ਆ ਵੀ ਐਗਜ਼ਾਮ ਤੋਂ ਪਹਿਲੇ ਘੱਟ ਤੋਂ ਘੱਟ ਜਿਹੜਾ 1 ਜਾਂ 2 ਵਾਰੀ ਰਿਵੀਜ਼ਨ ਤੁਹਾਡੀ ਹੋਣੀ ਚਾਹੀਦੀ ਹੈ। ਅਤੇ ਐਗਜ਼ਾਮ ਤੋਂ ਪਹਿਲੇ ਇਹ ਜਿਹੜੀ ਰਿਕਾਰਡਿੰਗ ਹੋਏ ਕਰਦੀ ਹੈ ਤੁਹਾਡੇ ਵਾਲੀ ਕਾਫੀ ਹੈਲਪਫੁਲ ਹੋਏਗੀ, ਕਿਉਂਕਿ ਤੁਸੀਂ ਇਹਨੂੰ ਡਬਲ ਸਪੀਡ ਕਰਕੇ ਵੀ ਸੁਣ ਲਓਗੇ। ਤੁਹਾਡਾ ਜਿਹੜਾ ਚੈਪਟਰ ਜਿਹੜਾ ਤੁਸੀਂ 1 ਘੰਟਾ ਲਗਾ ਸਕੋਗੇ ਇੱਕ ਚੈਪਟਰ ਨੂੰ, ਉਹ ਤੁਹਾਡਾ 10 ਮਿੰਟ 'ਚ ਆਰਾਮ ਨਾਲ ਰਿਵਾਈਜ਼ ਹੋ ਜਾਏਗਾ। ਠੀਕ ਹੈ ਨਾ? ਹਾਂ, ਚਲ ਆਪਾਂ ਸ਼ੁਰੂ ਕਰਦੇ ਹਾਂ। ਅੱਜ ਆਪਾਂ ਚੈਪਟਰ ਕਰਨਾ ਹੈ ਚੈਪਟਰ ਨੰਬਰ 3 ਅਤੇ ਚੈਪਟਰ ਨੰਬਰ 4। ਉਹਦੀ ਥਿਊਰੀ ਕਰਨੀ ਆ ਆਪਾਂ। ਮੈਂ ਇਕੱਠੀ ਕਰਾਉਣ ਲੱਗਾ ਕਿਉਂਕਿ ਚੈਪਟਰ ਨੰਬਰ 3 ਦੀ ਥਿਊਰੀ ਜਿਹੜੀ ਹੈਗੀ ਨਾ ਉਹ ਕਾਫੀ ਆਸਾਨ ਹੈ। ਚੈਪਟਰ ਨੰਬਰ 4 'ਚੋਂ ਕੁਐਸਚਨ ਆਉਂਦਾ ਹਰ ਵਾਰੀ ਤੁਹਾਡਾ। ਹਾਂ, ਕਾਫੀ ਹੱਦ ਤੱਕ ਆਉਂਦਾ ਹੀ ਹੈ। ਸ਼ੁਰੂ ਕਰਨੇ। ਹੁਣ ਮੈਂ ਸਟਾਰਟ ਕਰ ਲਾਂਗਾ ਪਹਿਲੇ ਤੁਹਾਡਾ ਵੀ ਫਾਈਨੈਂਸ਼ੀਅਲ ਸਟੇਟਮੈਂਟ ਕੀ ਹੁੰਦੀ ਹੈ। ਯਾਰ ਫਾਈਨੈਂਸ਼ੀਅਲ ਸਟੇਟਮੈਂਟ ਕੀ ਹੈਗੀ ਆ? ਇੱਕ ਸਟੇਟਮੈਂਟ ਬਣਦੀ ਹੈ ਤੁਹਾਡੀ ਅਕਾਊਂਟਸ ਦੀ। ਅਕਾਊਂਟਿੰਗ 'ਚ ਆਪਾਂ ਕਹਿੰਦੇ ਹਾਂ ਵੀ ਫਾਈਨੈਂਸ਼ੀਅਲ ਅਕਾਊਂਟਿੰਗ ਕਹਿੰਦੀ ਹੈ ਵੀ ਆਪਾਂ ਕੀ ਕਰਦੇ ਹਾਂ, ਫਾਈਨੈਂਸ਼ੀਅਲ ਰਿਕਾਰਡ ਜਿਹੜੇ ਕਿ ਮੋਨੀਟਰੀ ਟਰਮ ਜਿਹੜੇ ਐਕਸਪ੍ਰੈਸ ਹੋ ਸਕਦੇ ਆ, ਮਤਲਬ ਮਨੀ ਦੀ ਵੈਲਿਊ ਜੋ ਐਕਸਪ੍ਰੈਸ ਕਰ ਸਕਦੇ ਜਿਹਨੂੰ ਆਪਾਂ, ਉਹ ਸਾਰਾ ਡਾਟਾ ਅਤੇ ਉਹ ਸਾਰੀ ਬਿਜ਼ਨਸ ਦੀ ਟ੍ਰਾਂਜੈਕਸ਼ਨ ਜਿਹੜੀਆਂ ਹੈਗੀਆਂ ਉਹਨਾਂ ਨੂੰ ਆਪਾਂ ਇੱਕ ਸਮਰਾਈਜ਼ਡ ਫੋਰਮ ਦੇ ਵਿੱਚ ਕੀ ਕਰਨਾ, ਆਪਾਂ ਸਟੇਟਮੈਂਟ ਦੇ ਉਤਾਰਨਾ। ਉਹਨੂੰ ਹੀ ਆਪਾਂ ਕੀ ਕਹਿੰਦੇ ਹਾਂ, ਫਾਈਨੈਂਸ਼ੀਅਲ ਸਟੇਟਮੈਂਟ ਕਹਿੰਦੇ ਹਾਂ। ਹੁਣ ਯਾਰ ਫਾਈਨੈਂਸ਼ੀਅਲ ਸਟੇਟਮੈਂਟ ਬੇਸਿਕਲੀ ਆਪਾਂ ਕਿੰਨੇ ਤਰੀਕੇ ਦੀ ਪੜ੍ਹਦੇ ਹੈਗੇ ਆ? 2 ਤਰੀਕੇ ਦੀਆਂ। ਪੀ ਐਂਡ ਐਲ ਜਿਹਨੂੰ ਇਨਕਮ ਅਤੇ ਐਕਸਪੈਂਸ ਵੀ ਕਹਿੰਦੇ, ਠੀਕ ਹੈ ਨਾ? ਅਤੇ ਜਿਹੜਾ ਆਪਣਾ ਆ ਗਿਆ ਦੂਜਾ ਆ ਗਿਆ ਬੈਲੈਂਸ ਸ਼ੀਟ। ਹਾਂ, ਇਹ ਦੋਵੇਂ ਕੰਪਨੀ ਲੋਅ 'ਚ ਵੀ ਕਿਹਦਾ ਵੀ ਤੁਹਾਨੂੰ ਬਣਾਉਣੇ ਪੈਂਦੇ ਆ, ਜ਼ਰੂਰੀ ਬਣਾਉਣੇ ਪੈਂਦੇ ਤੁਹਾਨੂੰ। ਪਰ ਇਸ ਤੋਂ ਇਲਾਵਾ ਹੋਰ ਵੀ ਕਈ ਹੁੰਦੇ ਹੈਗੀਆਂ ਜਿਹੜੀ ਸਾਨੂੰ ਬਣਾਉਣੇ ਪੈਂਦੀਆਂ, ਉਹਨਾਂ ਨੂੰ ਵੀ ਆਪਾਂ ਅੱਜ ਡਿਸਕਸ ਕਰਨਾ ਥੋੜ੍ਹਾ ਜਿਹਾ। ਹਾਂ, ਚਲੋ ਹੁਣ ਆਪਾਂ ਸ਼ੁਰੂ ਕਰਨੇ ਹਾਂ। ਪਹਿਲਾ ਤੁਹਾਡਾ ਕੁਐਸਚਨ ਆ ਜਾਂਦਾ ਨੇਚਰ ਆਫ ਫਾਈਨੈਂਸ਼ੀਅਲ ਸਟੇਟਮੈਂਟ, ਅਤੇ ਦੂਸਰਾ ਤੁਹਾਡੇ ਕੋਲ ਆ ਜਾਂਦਾ ਹੈਗਾ ਵੀ ਟਾਈਪਸ ਕੀ ਹੈਗੇ ਆ ਫਾਈਨੈਂਸ਼ੀਅਲ ਸਟੇਟਮੈਂਟ ਦੇ। ਪਹਿਲੇ ਮੈਂ ਤੁਹਾਨੂੰ ਸਿਰਫ ਨੇਚਰ ਬਾਰੇ ਦੱਸ ਲੱਗਾ। ਯਾਰ ਫਾਈਨੈਂਸ਼ੀਅਲ ਸਟੇਟਮੈਂਟ ਜਿਹੜੇ ਹੈਗੇ ਨਾ ਤੁਹਾਡੇ, ਉਹ ਆਊਟਸਾਈਡਰ ਨੂੰ ਵੀ ਲੋੜ ਹੁੰਦੀ ਹੈ ਉਹਨਾਂ ਦੀ, ਅਤੇ ਤੁਹਾਡੇ ਜਿਹੜੇ ਕਿ ਵਿਦਇਨ ਦਾ ਮੈਨੇਜਮੈਂਟ ਉਹਨਾਂ 'ਤੇ ਲੋੜ ਹੁੰਦੀ ਹੈ। ਹੁਣ ਆਊਟਸਾਈਡ ਏਜੰਸੀ ਕਿਹੜੀ ਇਹਨਾਂ ਨੂੰ ਲੋੜ ਪੈਣੀ ਹੈ? ਕ੍ਰੈਡੀਟਰ ਹੋ ਗਿਆ, ਕਸਟਮਰ ਹੋ ਗਿਆ, ਸਪਲਾਇਰ ਹੋ ਗਿਆ, ਅਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੋ ਗਏ, ਅਤੇ ਇੰਪਲੋਇਰ ਵਗੈਰਾ ਹੋ ਗਏ। ਯਾਰ ਉਹਨਾਂ ਨੂੰ ਲੋੜ ਪੈਂਦੀ ਹੈ, ਠੀਕ ਹੈ? ਗੌਰਮੈਂਟ ਨੂੰ ਵੀ। ਯਾਰ ਮੇਰੀ ਗੱਲ ਸੁਣੋ, ਇਹ ਥਿਊਰੀ ਥੋੜ੍ਹੀ ਪਹਿਲੇ ਡਰਾਈ ਹੈਗੀ ਆ, ਪਰ ਤੁਹਾਨੂੰ ਇਹ ਕਰਨੇ ਹੀ ਪੈਣਾ। ਅਤੇ ਮੈਂ ਤੁਹਾਨੂੰ ਬੁੱਕ ਦੀ ਲੈਂਗੁਏਜ ਦੇ ਹਿਸਾਬ ਨਾਲ ਹੀ ਸਾਰਾ ਕੁਛ ਕਵਰ ਕਰਾਵਾਂਗਾ, ਤੁਹਾਨੂੰ ਆਰਾਮ ਨਾਲ ਸਾਰਾ ਕੁਛ ਕਵਰ ਹੋ ਜਾਏ, ਵੀ ਤੁਹਾਨੂੰ ਫਿਰ ਤੋਂ ਬਾਰ-ਬਾਰ ਬੁੱਕ ਨੂੰ ਖੋਲ੍ਹਣ ਦੀ ਲੋੜ ਨਾ ਪਏ। ਆਰਾਮ ਨਾਲ ਤੁਹਾਡੇ ਦਿਮਾਗ 'ਚ ਚੀਜ਼ ਗੱਲ ਹੋ ਜਾਏ, ਆਹੋ ਵੀ ਯਾਰ ਇੱਥੇ ਆਏਗਾ ਪੁਆਇੰਟ 'ਚ ਬਸ। ਅਤੇ ਪੂਰਾ ਯਾਦ ਕਰਨ ਦੀ ਕੋਸ਼ਿਸ਼ ਨਾ ਕਰਿਓ, ਲਿਮਿਟਿਡ ਯਾਦ ਕਰੋ, ਅਤੇ ਤੁਹਾਨੂੰ ਜਿੰਨਾ ਰਿਟੇਨ ਰਹੇ ਅਤੇ ਪੇਪਰ ਦੇ ਵੇਲੇ ਤੁਸੀਂ ਆਰਾਮ ਨਾਲ ਲਿਖੋ। ਹਾਂ, ਹੁਣ ਆਉਂਦਾ ਇੱਥੋਂ ਨੇਚਰ। ਫਿਰ ਤੋਂ ਆਪਾਂ ਸ਼ੁਰੂ ਕਰਦੇ ਹਾਂ। ਯਾਰ ਫਾਈਨੈਂਸ਼ੀਅਲ ਸਟੇਟਮੈਂਟ ਪ੍ਰੀਪੇਅਰ ਕੋ ਕਰਦੇ ਹਾਂ ਆਪਾਂ ਕੀ ਆ, ਰਿਕਾਰਡ ਜਿਹੜੇ ਹੈਗੇ ਆ, ਜਿਹੜੇ ਫੈਕਟ ਜਿਹੜੇ ਆ ਉਹਨਾਂ ਨੂੰ ਕੀ ਕਰਨਾ, ਆਪਾਂ ਰਿਕਾਰਡ ਕਰਨਾ, ਜਿਹੜੇ ਕਿ ਮਨੀ ਟਰਮ ਦੇ ਵਿੱਚ ਕੀ ਕਰ ਸਕਦੇ ਹਾਂ, ਐਕਸਪ੍ਰੈਸ ਕਰ ਸਕਦੇ ਹਾਂ ਮੋਨੀਟਰੀ ਟਰਮ 'ਚ। ਫਿਰ ਇਹਨਾਂ ਨੇ ਇੱਥੇ ਕਿਹਾ ਵੀ ਜਿਹੜੀ ਫਾਈਨੈਂਸ਼ੀਅਲ ਸਟੇਟਮੈਂਟ ਹੈਗੀ ਨਾ, ਉਹ ਜਨਰਲੀ ਕਿੰਨੇ ਸਾਲ ਦੀ ਬਣਦੀ ਹੈ? 1 ਸਾਲ ਦੀ ਬਣਦੀ ਹੈ, ਔਰ ਨੀਡਿਡ ਕਰੋਨੋਲੋਜੀਕਲ ਆਰਡਰ 'ਚ ਬਣਦੀ ਹੈ। ਅਤੇ ਇਹਦੇ ਵਿੱਚ ਹਿਸਟੋਰੀਕਲ ਕੋਸਟ ਜਿਹੜੀ ਆ ਉਸ ਹਿਸਾਬ ਨਾਲ ਆਪਾਂ ਕੀ ਚੀਜ਼ਾਂ ਨੂੰ ਕੀ ਕਰਦੇ ਹਾਂ, ਰਿਕਾਰਡ ਕਰਦੇ ਹਾਂ। ਇੰਨਾ ਯਾਦ ਰਹੇਗਾ ਪੂਰਾ। ਹੁਣ ਇਹਦੇ 'ਚ ਕੀ ਹੁੰਦਾ, ਸਮਰਾਈਜ਼ਡ ਫੋਰਮ ਦੇ ਵਿੱਚ ਆਪਾਂ ਕੀ ਕਰਨਾ, ਬਿਜ਼ਨਸ ਟ੍ਰਾਂਜੈਕਸ਼ਨਸ ਨੂੰ ਅਤੇ ਜਿਹੜੇ ਵੀ ਇਵੈਂਟ ਹੋਏ ਆ ਉਹਨਾਂ ਨੂੰ ਆਪਾਂ ਰਿਕਾਰਡ ਕਰਨਾ ਐਜ਼ ਪਰ ਨੀਡ। ਹਾਂ, ਫਿਰ ਇੱਕ ਇੰਸਟੀਟਿਊਟ ਹੈਗਾ ਤੁਹਾਡਾ ਅਮੈਰੀਕਾ ਦਾ ਇੰਸਟੀਟਿਊਟ ਹੈਗਾ ਕੋਈ, AICPA, ਅਮੈਰੀਕਨ ਇੰਸਟੀਟਿਊਟ ਆਫ ਸਰਟੀਫਾਈਡ ਪਬਲਿਕ ਅਕਾਊਂਟੈਂਟਸ। ਠੀਕ ਹੈ, ਅਮੈਰੀਕਾ ਦਾ ਕੋਈ ਇੰਸਟੀਟਿਊਟ ਹੈ। ਉਹਨਾਂ ਨੇ ਕਿਹਾ ਸੀਗਾ ਵੀ ਫਾਈਨੈਂਸ਼ੀਅਲ ਸਟੇਟਮੈਂਟ ਆਪਾਂ ਕਿਉਂ ਬਣਾਉਂਦੇ ਹਾਂ, ਸਾਡਾ ਪਰਪਸ ਕੀ ਹੈਗਾ, ਡਾਟਾ ਨੂੰ ਪ੍ਰਜੈਂਟ ਕਰਨਾ ਪੀਰੀਓਡਿਕਲੀ ਜਦੋਂ ਵੀ ਲੋੜ ਪਏ, ਅਤੇ ਉਸ ਤੋਂ ਬਾਅਦ ਆਪਾਂ ਦੇਖਣਾ ਵੀ ਸਟੇਟਸ ਕੀ ਆ ਸਾਡੀ ਇਨਵੈਸਟਮੈਂਟ ਦਾ ਅਤੇ ਬਿਜ਼ਨਸ ਦਾ, ਅਤੇ ਆਪਾਂ ਇਹ ਦੇਖਣਾ ਵੀ ਉਹਦੇ ਨਾਲ ਸਾਡਾ ਰਿਜ਼ਲਟ ਕੀ ਨਿਕਲ ਕੇ ਆਇਆ, ਇਹ ਦੇਖਣਾ। ਇਹ AICP ਨੇ ਕਿਹਾ ਸਾਨੂੰ। ਹਾਂ,
ਹੁਣ ਉਹਨਾਂ ਨੇ ਇਹ ਵੀ ਕਿਹਾ ਵੀ ਹਰ ਇੱਕ ਕੋਰਪੋਰੇਟ ਸਟੇਟਮੈਂਟ ਜਿਹੜੀ ਹੈਗੀ ਆ ਉਹ ਤੁਹਾਡੀ ਅਕਾਊਂਟਿੰਗ ਪ੍ਰਿੰਸੀਪਲ ਦੇ ਹਿਸਾਬ ਨਾਲ ਚੱਲੇਗੀ, ਯੂਨੀਫਾਰਮਿਟੀ ਬਣੀ ਰਹੇ, ਓਬਜੈਕਟਿਵ ਤੁਹਾਡੇ ਜਿਹੜੇ ਕਲੀਅਰ ਹੋਣ ਤੇ ਸਾਰਿਆਂ ਨੂੰ ਆਰਾਮ ਨਾਲ ਅੰਡਰਸਟੂਡ ਜਾਂ ਫਿਰ ਸਮਝ ਆ ਜਾਏ। ਹੁਣ ਕੋਈ ਜੌਨ ਬੰਦਾ ਆ ਗਿਆ ਇੱਕ ਹੋਰ, ਯਾਰ ਜੌਨ ਨੇ ਕਿਹਾ ਹੈਗਾ ਵੀ ਆਪਾਂ ਕੀ ਕਰਦੇ ਹਾਂ, ਨੇਚਰ ਕਿੱਦਾਂ ਦਾ ਹੈਗਾ ਤੁਹਾਡਾ ਫਾਈਨੈਂਸ਼ੀਅਲ ਸਟੇਟਮੈਂਟ ਦਾ, ਉਹਨੇ 4 ਪੁਆਇੰਟ ਦਿੱਤੇ ਤੁਹਾਨੂੰ ਇੱਥੇ, ਉਹੀ ਤੁਸੀਂ ਐਕਸਪਲੇਨ ਕਰਨੇ ਆ ਇੱਥੇ। ਆਪਾਂ ਕੀ ਕਰਦੇ ਹਾਂ, ਰਿਕਾਰਡਡ ਫੈਕਟਸ ਨੂੰ ਕੀ ਕਰਨਾ ਹੈਗਾ, ਆਪਾਂ ਬਿਨਾਂ ਟ੍ਰਾਂਜੈਕਸ਼ਨ ਨਾਲ ਰਿਕਾਰਡਡ ਫੈਕਟਸ ਨੂੰ ਆਪਾਂ ਕੀ ਕੰਸੀਡਰ ਕਰਨਾ, ਕਨਵੈਨਸ਼ਨਸ ਜਿਹੜੀਆਂ ਹੈਗੀਆਂ ਸਾਡੀਆਂ ਅਕਾਊਂਟਿੰਗ ਜਿਹੜੀਆਂ ਹੈਗੀਆਂ ਟੈਕਨੀਕਸ ਹੈਗੀਆਂ ਉਹਨਾਂ ਦੇ ਹਿਸਾਬ ਨਾਲ ਆਪਾਂ ਚੱਲਣਾ, ਅਜ਼ੰਪਸ਼ਨਸ ਜਾਂ ਫਿਰ ਪੋਸਟੂਲੇਟ ਜਿਹੜੇ ਹੈਗੇ ਆ ਉਹਨਾਂ ਦੇ ਹਿਸਾਬ ਨਾਲ ਆਪਾਂ ਚੱਲਣਾ, ਤੇ ਇੱਕ ਪਰਸਨਲ ਜਜਮੈਂਟ ਜਿਹੜੀ ਹੈਗੀ ਆ ਉਹਨੂੰ ਵੀ ਆਪਾਂ ਕੰਸੀਡਰ ਕਰਨਾ। ਹੁਣ ਇਹਨਾਂ ਨੂੰ ਕੀ ਆ ਜ਼ਿਆਦਾ ਐਕਸਪਲੇਨ ਕਰਨ ਦੀ ਲੋੜ ਨਹੀਂ ਹੈ, ਥੋੜਾ ਥੋੜਾ ਸੁਣ ਲਓ ਕੀ ਆ ਰਿਕਾਰਡਡ ਫੈਕਟ ਕਿਹੜੇ ਹੁੰਦੇ ਆ ਇੱਥੇ, ਜਿਹੜੇ ਕਿ ਐਕਚੁਅਲ ਕੋਸਟ ਦਾ ਡਾਟਾ ਜਿਹੜਾ ਹੈਗਾ ਉਹ ਆਪਾਂ ਰਿਕਾਰਡ ਕਰਨਾ, ਹਿਸਟੋਰੀਕਲ ਵੀ ਹੋ ਸਕਦਾ, ਓਰੀਜਨਲ ਕੋਸਟ ਤੇ ਵੀ ਹੋ ਸਕਦਾ। ਫਿਰ ਇਹਨਾਂ ਨੇ ਕਿਹਾ ਵੀ ਇੱਥੇ ਜਿਹੜੀ ਫਿਗਰਸ ਹੈਗੀ ਨਾ ਉਹ ਕਿਹੜੀਆਂ ਹੋ ਸਕਦੀਆਂ, ਕਿਹੜੇ ਕਿਹੜੇ ਪੜ੍ਹਦੇ ਹੋ, ਕੈਸ਼ ਇਨ ਹੈਂਡ, ਕੈਸ਼ ਐਟ ਬੈਂਕ, ਐਕਸਪੈਂਸ ਹੋ ਗਿਆ, ਰਿਸਿਪਟਸ ਹੋ ਗਏ, ਸੰਡਰੀ ਡੈਟਰ, ਸੰਡਰੀ ਕ੍ਰੈਡਿਟਰ, ਫਿਕਸ ਐਸੈਟ ਹੋ ਗਏ, ਇੱਦਾਂ ਦੇ 4-5 ਐਗਜ਼ਾਮਪਲ ਲਗਾ ਦਿਓ ਜਿਹੜੇ ਕਿ ਆਪਾਂ ਅਕਾਊਂਟਿੰਗ ਬੁੱਕਸ 'ਚ ਕੀ ਕਰਦੇ ਹਾਂ, ਆਪਾਂ ਰਿਕਾਰਡ ਕਰਦੇ ਹਾਂ, ਤੇ ਜਿਨ੍ਹਾਂ ਦੀ ਟ੍ਰਾਂਜੈਕਸ਼ਨਸ ਹੁੰਦੀਆਂ ਇਹੀ ਕਹਿੰਦੇ ਸਾਰੀ ਟ੍ਰਾਂਜੈਕਸ਼ਨ ਤੇ ਰਿਕਾਰਡ ਜਿਹੜੇ ਆ ਉਹਨਾਂ ਨੂੰ ਕੀ ਕਰਨਾ, ਫਾਈਨੈਂਸ਼ੀਅਲ ਸਟੇਟਮੈਂਟ ਕੀ ਕਰਨਾ, ਆਪਾਂ ਰਿਕਾਰਡ ਕਰਨਾ। ਹਾਂ ਇੱਥੋਂ ਇੰਨਾ ਬੜਾ। ਅਗਲਾ ਪੁਆਇੰਟ ਹੈਗਾ ਤੁਹਾਡਾ ਅਕਾਊਂਟਿੰਗ ਕਨਵੈਨਸ਼ਨ। ਯਾਰ ਇਹ ਅੰਦਰਲਾ ਮਟੀਰੀਅਲ ਹੈ ਨਾ, ਇੱਥੇ ਇਹਨੂੰ ਨਾ ਲਿਖਿਓ, ਇਹਦੇ 'ਚ ਕੀ ਕਿਹਾ ਉਹਨਾਂ ਨੇ, ਕਹਿੰਦੇ ਸਰਟਨ ਅਕਾਊਂਟਿੰਗ ਕਨਵੈਨਸ਼ਨ ਜਿਹੜੀਆਂ ਹੈਗੀਆਂ ਉਹਨਾਂ ਨੇ ਦਿੱਤੇ ਦੀਆਂ ਸਾਨੂੰ ਜਦੋਂ ਆਪਾਂ ਫਾਈਨੈਂਸ਼ੀਅਲ ਸਟੇਟਮੈਂਟ ਨੂੰ ਪ੍ਰੀਪੇਅਰ ਕਰਨਾ ਹੁੰਦਾ ਨਾ, ਤੇ ਇਹ ਕਨਵੈਨਸ਼ਨਾਂ ਨੂੰ ਮੰਨ ਕੇ ਆਪਾਂ ਸਾਰਾ ਕੁਝ ਤਿਆਰ ਕਰਨਾ ਹੈ। ਕਨਵੈਨਸ਼ਨਾਂ ਦੇ ਨਾਮ ਜਿਹੜੇ ਮੈਂ ਇੱਥੇ ਤੁਹਾਨੂੰ ਸ਼ੋਅ ਕੀਤੇ ਰਹੇ ਆ, 4 ਕਨਵੈਨਸ਼ਨ ਹੈਗੀਆਂ ਇੱਥੇ ਦਿੱਤੇ ਦੀਆਂ ਤੁਹਾਨੂੰ, ਕਨਵੈਨਸ਼ਨ ਆਫ ਡਿਸਕਲੋਜ਼ਰ, ਕਨਵੈਨਸ਼ਨ ਆਫ ਕੰਸਿਸਟੈਂਸੀ, ਕਨਵੈਨਸ਼ਨ ਆਫ ਕੰਜ਼ਰਵੇਸ਼ਨ ਤੇ ਉਸ ਤੋਂ ਬਾਅਦ ਹੈਗਾ ਅਗਲੀ ਕਨਵੈਨਸ਼ਨ ਆਫ ਮਟੀਰੀਅਲਿਟੀ। ਇਹ 4 ਪੁਆਇੰਟ ਤੇ ਸ਼ੋਅ ਕਰ ਦਿਓ, ਪੁਆਇੰਟ ਬਣਾ ਕੇ ਸ਼ੋਅ ਕਰ ਦਿਓ, ਤੁਹਾਨੂੰ ਇੱਥੇ ਐਕਸਪਲੇਨ ਕਰਨ ਦੀ ਲੋੜ ਨਹੀਂ ਪੈਣੀ ਤੇ। ਫਿਰ ਕਹਿੰਦੇ ਇਹ ਜਿਹੜੀ ਕਨਵੈਨਸ਼ਨ ਹੈਗੀ ਨਾ ਇਹਨਾਂ ਨਾਲ ਤੁਹਾਡਾ ਫਾਈਨੈਂਸ਼ੀਅਲ ਸਟੇਟਮੈਂਟ ਕੰਪੈਰੇਬਲ ਹੋ ਜਾਂਦੀ ਆ, ਸਿੰਪਲ ਹੋ ਜਾਂਦੀ ਹੈ ਸਮਝਣ 'ਚ ਤੇ ਰੀਅਲਿਸਟਿਕ ਹੋ ਜਾਂਦੀ ਹੈ। ਹਾਂ ਮੈਂ ਬੁੱਕ ਦੇ ਵਰਡ ਸਾਰੇ ਕਵਰ ਕਰਾਇਆ ਕਰਨਾ, ਇੰਨੇ ਯਾਦ ਰੱਖਿਓ, ਉਸ ਤੋਂ ਵੱਧ ਨਾ ਕਰਿਓ ਭਾਵੇਂ। ਅਗਲਾ ਆ ਗਿਆ ਪੋਸਟੂਲੇਟਸ। ਯਾਰ ਇਹਦਾ ਮਤਲਬ ਹੁੰਦਾ ਅਜ਼ੰਪਸ਼ਨਸ। ਯਾਰ ਆਪਾਂ ਜਿਹੜਾ ਅਕਾਊਂਟਸ ਬਣਾਉਂਦੇ ਆ, ਫਾਈਨੈਂਸ਼ੀਅਲ ਸਟੇਟਮੈਂਟ ਨੂੰ ਬਣਾਉਂਦੇ ਨਾ, ਉਦੋਂ ਆਪਾਂ ਕੁਝ ਅਜ਼ੰਪਸ਼ਨਸ ਨੂੰ ਆਪਾਂ ਕੀ ਲੈ ਕੇ ਚੱਲਣਾ ਹੁੰਦਾ। ਅਜ਼ੰਪਸ਼ਨ ਜਿੱਦਾਂ ਕਿ ਲਗਾ ਲਓ, ਇੱਥੇ ਉਹਨਾਂ ਨੇ ਐਗਜ਼ਾਮਪਲ ਸ਼ੋਅ ਕੀਤੇ ਦੇ ਆ, ਜਿੱਦਾਂ ਕਿ ਆਪਾਂ ਮੰਨ ਕੇ ਚੱਲਦੇ ਹਾਂ ਵੀ ਸਾਡੀ ਐਂਟਿਟੀ ਜਿਹੜੀ ਆ ਉਹ ਗੋਇੰਗ ਕੰਸਰਨ ਹੈ, ਚੱਲਦੀ ਰਹੇਗੀ। ਹਾਂ ਇੱਕ ਜਿਹੜੀ ਸਾਡੀ ਅਜ਼ੰਪਸ਼ਨ ਇਹ ਵੀ ਕਹਿੰਦੀ ਹੈ ਵੀ ਜਿਹੜੀ ਪਰਚੇਜ਼ਿੰਗ ਪਾਵਰ ਹੈਗੀ ਆ ਨਾ ਕਸਟਮਰ ਦੀ, ਉਹਦੇ ਤੇ ਇਫੈਕਟ ਨਹੀਂ ਆਇਆ ਕਰਦਾ। ਯਾਰ ਰੀਅਲਿਸਟਿਕ ਤੇ ਨਹੀਂ ਹੈ ਚਲੋ, ਪਰ ਅਜ਼ੰਪਸ਼ਨਸ ਹੈਗੀ ਹੈ, ਠੀਕ ਹੈ ਨਾ। ਫਿਰ ਇੱਕ ਅਜ਼ੰਪਸ਼ਨ ਤੁਹਾਡੀ ਹੈ ਕਹਿਣ ਦੀ ਹੈ ਵੀ ਤੁਹਾਡੀ ਜਿਹੜੀ ਲਿਕੁਇਡਿਟੀ ਹੈਗੀ ਹੈ ਨਾ ਉਹ ਬਣੀ ਰਹਿੰਦੀ ਹੈ। ਇੱਦਾਂ ਦੇ ਕੁਛ ਅਜ਼ੰਪਸ਼ਨ ਦਿੱਤੇ ਰਹੇ ਉਹਨਾਂ ਨੇ, ਪਰ ਇਹ ਅਜ਼ੰਪਸ਼ਨ ਜਿਹੜੇ ਹੈਗੇ ਆ ਐਗਜ਼ੈਕਟਲੀ ਸਹੀ ਨਹੀਂ ਬਹਿੰਦੇ, ਠੀਕ ਹੈ ਨਾ। ਇਹ ਸਿਰਫ ਆਪਾਂ ਮੰਨ ਕੇ ਚੱਲਦੇ ਹਾਂ ਵੀ ਇੱਦਾਂ ਹੋਏਗਾ। ਹੁਣ ਅਗਲਾ ਆ ਗਿਆ ਪਰਸਨਲ ਜਜਮੈਂਟਸ। ਯਾਰ ਪਰਸਨਲ ਜਜਮੈਂਟ ਦੇ ਵਿੱਚ ਕੀ ਆ ਗਿਆ, ਹੁਣ ਕਈ ਸਟੈਂਡਰਡ ਜਿਹੜੇ ਹੈਗੇ ਆ ਜਾਂ ਕਨਵੈਨਸ਼ਨ ਜਿਹੜੀਆਂ ਹੈਗੀਆਂ ਜਾਂ ਫਿਰ ਗੈਪ ਜਿਹੜੇ ਆਪਾਂ ਜਨਰਲੀ ਐਕਸੈਪਟਡ ਅਕਾਊਂਟਿੰਗ ਪ੍ਰਿੰਸੀਪਲ ਜਿਹੜੇ ਆਪਾਂ ਪੜ੍ਹਦੇ ਹਾਂ, ਕਹਿੰਦੇ ਉਹਨਾਂ ਦੇ ਵਿੱਚ ਜਿਹੜੇ ਆਪਾਂ ਉਹਨਾਂ ਨੂੰ ਮੰਨ ਕੇ ਤੇ ਆਪਾਂ ਬਣਾਉਣਾ, ਪਰ ਨਾਲ ਆਪਾਂ ਆਪਣੀ ਪਰਸਨਲ ਜਜਮੈਂਟ ਨੂੰ ਧਿਆਨ 'ਚ ਰੱਖ ਕੇ ਵੀ ਆਪਾਂ ਕੀ ਕਾਊਂਟਿੰਗ ਕਰਨੀ ਹੈ। ਜਿੱਦਾਂ ਕਿ ਉਹਨਾਂ ਨੇ ਸਾਨੂੰ ਆਪਸ਼ਨ ਦੇ ਦਿੱਤੇ ਵੀ ਤੁਸੀਂ ਇਹ ਮੈਥਡ ਲਗਾਉਣੇ ਆ, ਕਿ ਯਾਰ ਤੁਸੀਂ ਉਹੀ ਮੈਥਡ ਲਗਾਓਗੇ ਜਿਹੜਾ ਉਹਨਾਂ ਨੇ ਕਹਿ ਦਿੱਤਾ। ਉਹਨਾਂ ਨੇ ਕਈ ਜਗ੍ਹਾ 'ਤੇ ਆਪਸ਼ਨ ਦਿੱਤੇ ਰਹੇ ਆ, ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ, ਤੇ ਡੈਪਰੀਸੀਏਸ਼ਨ ਦੇ ਵਿੱਚ ਜਿਹੜੇ ਹੈਗੇ ਆ ਕਈ ਤਰੀਕੇ ਦੇ ਮੈਥਡ ਹੈਗੇ ਆ, ਉਹਨਾਂ ਨੇ ਤੁਹਾਨੂੰ ਆਪਸ਼ਨ ਦਿੱਤੇ ਰਹਿ ਵੀ ਤੁਸੀਂ ਇਹਨਾਂ 'ਚੋਂ ਕੋਈ ਵੀ ਮੈਥਡ ਨੂੰ ਸਿਲੈਕਟ ਕਰ ਲਓ। ਜਿੱਦਾਂ ਐਗਜ਼ਾਮਪਲ ਲਗਾ ਲਓ, ਸਭ ਤੋਂ ਆਸਾਨ ਕੀ ਹੈ, ਰਿਟਨ ਡਾਊਨ ਮੈਥਡ ਹੈਗਾ, ਤੇ ਹੋਰ ਕਈ ਵੀ ਦੂਸਰੇ ਮੈਥਡ ਜਿਹੜੇ ਹੈਗੇ ਆ, ਠੀਕ ਹੈ ਨਾ। ਕਹਿੰਦੇ ਜੇ ਤੁਸੀਂ, ਪਰ ਇਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਚੋਇਸ ਤੇ ਤੁਹਾਨੂੰ ਦਿੱਤੇ ਰਹੀ ਆ, ਪਰ ਨਾਲ ਉਹਨਾਂ ਦੀ ਕੰਟਰਾਡਿਕਸ਼ਨ ਨਾ ਕਰੋ ਗੈਪ ਨਾਲ ਤੇ ਕਨਵੈਨਸ਼ਨ ਦੇ ਨਾਲ। ਹਾਂ ਹੁਣ ਅਗਲਾ ਤੁਹਾਡਾ ਕੁਐਸਚਨ ਆ ਜਾਂਦਾ, ਛੋਟਾ ਜਿਹਾ ਕੁਐਸਚਨ ਹੈ, ਇਹ 'ਚ ਵੈਸੇ ਆਉਂਦਾ ਨਹੀਂ ਹੈ, ਇਹ ਹੈਗਾ ਓਬਜੈਕਟਿਵ ਕੀ ਹੈਗੇ ਆ ਫਾਈਨੈਂਸ਼ੀਅਲ ਸਟੇਟਮੈਂਟ ਦੇ। ਓਬਜੈਕਟਿਵ ਕੀ ਆ, ਤੇ APB ਅਕਾਊਂਟਿੰਗ ਪ੍ਰਿੰਸੀਪਲ ਬੋਰਡ ਹੈਗਾ ਕੋਈ ਅਮਰੀਕਾ ਦਾ, ਉਹਨਾਂ ਨੇ ਓਬਜੈਕਟਿਵ ਦਿੱਤੇ ਸੀ। ਕਹਿੰਦੇ ਪਹਿਲੀ ਗੱਲ ਤੇ ਸਾਨੂੰ ਕੀ ਆ, ਰਿਲਾਇਬਿਲਿਟੀ ਪ੍ਰੋਵਾਈਡ ਹੁੰਦੀ ਹੈ ਇਹਨਾਂ ਤੋਂ। ਫਿਰ ਸਾਨੂੰ ਚੇਂਜਿਸ ਦਾ ਪਤਾ ਚੱਲਦਾ ਵੀ ਇਕਨੋਮਿਕ ਰਿਸੋਰਸ ਜਿਹੜੇ ਹੈਗੇ ਆ ਤੇ ਓਬਲੀਗੇਸ਼ਨ ਚੇਂਜਿਸ ਕਿਹੜੇ ਆਏ ਕਰਦੇ ਆ। ਫਿਰ ਸਾਨੂੰ ਕੀ ਹੈ, ਨੈਟ ਰਿਸੋਰਸਿਸ ਤੇ ਚੇਂਜਿਸ ਦਾ ਪਤਾ ਚੱਲਦਾ, ਤੇ ਸਾਨੂੰ ਕੀ ਹੈ, ਰੈਜ਼ਿਸਟੈਂਸ ਮਿਲਦੀ ਆ ਵੀ ਸਾਡੀ ਅਰਨਿੰਗ ਪੋਟੈਂਸ਼ੀਅਲ ਤੇ ਅਰਨਿੰਗ ਕਪੈਸਿਟੀ ਕੀ ਹੈ ਸਾਡੇ ਆਰਗੇਨਾਈਜੇਸ਼ਨ ਦੀ। ਤੇ ਸਾਨੂੰ ਇਹਨਾਂ ਹੋਰ ਕੀ ਪਤਾ ਚੱਲਦਾ, ਸਾਨੂੰ ਇਹ ਡਿਸਕਲੋਜ਼ਰ ਕਰਦੇ ਹਾਂ ਆਪਾਂ ਵੀ ਕੀ ਬੈਸਟ ਪੋਸੀਬਲ ਜਿਹੜੀ ਚੀਜ਼ ਹੈਗੀ ਹੈ ਜਿਹੜੀ ਕਿ ਆਪਾਂ ਆਉਣ ਵਾਲੇ ਫਿਊਚਰ 'ਚ ਕਰ ਸਕਦੇ ਹਾਂ ਸਾਡੇ ਕਰੰਟ ਪੋਜੀਸ਼ਨ ਦੇ ਨਾਲ। ਚੱਲ ਗਿਆ ਪਤਾ। ਹਾਂ ਹੁਣ ਇੱਕ ਇਹ ਤੁਹਾਡਾ ਅਗਲਾ ਕੁਐਸਚਨ ਆ ਜਾਂਦਾ, ਇਹ ਇੰਪੋਰਟੈਂਟ ਹੈ, ਤੇ ਹੁਣ ਅਗਲਾ ਵਾਲਾ ਐਗਜ਼ਾਮ ਕੁਐਸਚਨ ਹੈ, ਇੱਕ ਵਾਰੀ ਆਇਆ ਹੋਇਆ, ਦੇਖ ਲਿਓ। ਹੁਣ ਇਹ ਕੁਐਸਚਨ ਦਾ ਨਾਮ ਹੈ ਐਨਾਟੋਮੀ ਔਰ ਟਾਈਪਸ ਆਫ ਫਾਈਨੈਂਸ਼ੀਅਲ ਸਟੇਟਮੈਂਟ।
ਕਹਿੰਦੇ ਇਹ ਮੈਂ ਤੁਹਾਨੂੰ ਸਿੱਧੇ ਪਹਿਲੇ ਦੱਸ ਦੇਣਾ ਇੱਥੇ ਕੀ ਕੀਤਾ ਯਾਰ ਉਹਨਾਂ ਨੇ ਸਟਾਰਟਿੰਗ ਜਿਹੜੀ ਹੈਗਾ ਨਾ ਇਹਦੀ ਕੁਐਸਚਨ ਦੀ ਵੀ ਸਟਾਰਟਿੰਗ ਕਿੱਦਾਂ ਕਰਨੀ ਪਹਿਲੇ ਆਪਾਂ ਦੱਸ ਦੇਣਾ ਵੀ ਫਾਈਨੈਂਸ਼ੀਅਲ ਸਟੇਟਮੈਂਟ ਜਿਹੜੀ ਹੁੰਦੀ ਕੀ ਹੈ ਉਸ ਤੋਂ ਬਾਅਦ ਸਿੱਧੇ ਇਹਨੂੰ ਸ਼ੁਰੂ ਕਰ ਦਿਓ। ਯਾਰ ਫਾਈਨੈਂਸ਼ੀਅਲ ਸਟੇਟਮੈਂਟ ਨਾ ਆਪਾਂ ਬੇਸਿਕਲੀ ਕਿੰਨੇ ਤਰੀਕੇ ਦੀ ਪੜ੍ਹਦੇ ਹਾਂ, 2 ਤਰੀਕੇ ਦੀ। ਉਹਨਾਂ ਨੇ ਆ ਕਿਹਾ ਬੈਲੈਂਸ ਸ਼ੀਟ ਤੇ P&L। ਪਰ ਗੈਪ ਜਿਹੜਾ ਹੈਗਾ ਨਾ ਜਨਰਲੀ ਐਕਸੈਪਟਡ ਅਕਾਊਂਟਿੰਗ ਪ੍ਰਿੰਸੀਪਲ ਕਹਿੰਦੇ ਆ ਵੀ ਫੁੱਲ ਸੈਟ ਜਿਹੜਾ ਹੈਗਾ ਨਾ ਫਾਈਨੈਂਸ਼ੀਅਲ ਸਟੇਟਮੈਂਟ ਦਾ ਉਹ 4 ਹੈਗੀਆਂ, ਬੈਲੈਂਸ ਸ਼ੀਟ ਤੇ P&L ਦਾ ਤੁਹਾਨੂੰ ਪਤਾ ਹੈ ਇਹ 2 ਹੋ ਗਈਆਂ। ਉਸ ਤੋਂ ਉਹਨਾਂ ਨੇ ਇੱਥੇ ਸ਼ੋਅ ਕੀਤੇ ਰਿਹਾ ਵੀ ਸਟੇਟਮੈਂਟ ਆਫ ਚੇਂਜਿਸ ਇਨ ਓਨਰਸ ਫੰਡ ਜਾਂ ਫਿਰ ਜਿਹਨੂੰ ਮੈਂ ਸਟੇਟਮੈਂਟ ਆਫ ਚੇਂਜਿਸ ਇਨ ਇਕੁਇਟੀ ਔਰ ਰਿਟੇਨ ਅਰਨਿੰਗ ਵੀ ਕਹਿੰਦਾ। ਇਹ ਤੀਜੀ ਹੋ ਗਈ। ਚੌਥੀ ਹੋ ਗਈ ਸਟੇਟਮੈਂਟ ਆਫ ਚੇਂਜਿਸ ਇਨ ਫਾਈਨੈਂਸ਼ੀਅਲ ਪੋਜੀਸ਼ਨ ਜਿਹਦੇ 'ਚ ਕੈਸ਼ ਫਲੋ ਤੇ ਫੰਡ ਫਲੋ ਨੂੰ ਪੜ੍ਹਨੇ ਆਪਾਂ। ਹਾਂ ਹੁਣ ਪਹਿਲਾ ਤੁਹਾਡਾ ਆ ਜਾਂਦਾ ਬੈਲੈਂਸ ਸ਼ੀਟ। ਯਾਰ ਬੈਲੈਂਸ ਸ਼ੀਟ ਜਿਹੜੀ ਨਾ AICPA ਜਿਹੜਾ ਇੰਸਟੀਟਿਊਟ ਹੈਗਾ ਮੈਂ ਤੁਹਾਨੂੰ ਨਹੀਂ ਬੋਲਿਆ ਅਮਰੀਕਾ ਵਾਲਾ, ਉਹਨਾਂ ਨੇ ਕਿਹਾ ਸੀਗਾ ਵੀ ਬੈਲੈਂਸ ਸ਼ੀਟ ਜਿਹੜੀ ਹੈ ਕੀ ਇੱਕ ਟੈਬੂਲਰ ਸਟੇਟਮੈਂਟ ਹੈਗੀ ਹੈ ਜਿਹਦੇ 'ਚ ਆਪਾਂ ਬੈਲੈਂਸ ਨੂੰ ਸ਼ੋਅ ਕਰਦੇ ਹਾਂ, ਡੈਬਿਟਸ ਨੂੰ ਤੇ ਕ੍ਰੈਡਿਟ ਦੋਵੇਂ ਤਰੀਕੇ ਦੇ ਬੈਲੈਂਸ ਨੂੰ ਆਪਾਂ ਸ਼ੋਅ ਕਰਦੇ ਹਾਂ। ਕੈਰੀ ਫੋਰਵਰਡ ਕਰਨਾ ਹੁੰਦਾ ਆਪਾਂ ਉਹ ਵਗੈਰਾ ਸਭ ਤੁਹਾਨੂੰ ਪਤਾ ਜਿਹੜਾ ਕਿ ਆਪਾਂ ਪ੍ਰੈਕਟੀਕਲ 'ਚ ਕਰਦੇ ਹਾਂ, ਪਰ ਆਪਾਂ ਚੱਲ ਥਿਊਰੀ ਦੇ ਹਿਸਾਬ ਨਾਲ ਪੜ੍ਹਨੇ ਸਾਰਾ ਕੁਝ। ਕਹਿੰਦੇ ਬੁੱਕਸ ਆਫ ਅਕਾਊਂਟ 'ਚ ਉਹ ਸਭ ਚੀਜ਼ਾਂ ਨੂੰ ਆਪਾਂ ਕੀ ਕਰਨਾ ਰਿਕਾਰਡ ਕਰਨਾ, ਪ੍ਰਿੰਸੀਪਲ ਫੋਲੋ ਕਰਦੇ ਚੱਲਣਾ, ਗੈਪ ਫੋਲੋ ਕਰਦੇ ਚੱਲਣਾ ਤੇ ਨਾਲ ਨਾਲ ਆਪਾਂ ਕਨਵੈਨਸ਼ਨਸ ਨੂੰ ਵੀ ਫੋਲੋ ਕਰਦੇ ਚੱਲਣਾ। ਹਾਂ ਫਿਰ ਬੈਲੈਂਸ ਸ਼ੀਟ 'ਚ ਮੇਨ ਹੁੰਦਾ ਕੀ ਹੈ ਤੁਹਾਡੇ ਐਸੈਟਸ ਤੇ ਲਾਇਬਿਲਿਟੀ ਕਿੱਥੋਂ ਆਏ ਤੇ ਉਹਨਾਂ ਦਾ ਯੂਜ਼ ਕਿੱਥੇ ਕੀਤਾ, ਇਹ ਚੀਜ਼ ਨੂੰ ਆਪਾਂ ਸ਼ੋਅ ਕਰਦੇ ਹਾਂ। ਫਿਰ ਆਪਾਂ ਬੈਲੈਂਸ ਸ਼ੀਟ ਸਾਨੂੰ ਇਹ ਵੀ ਪਤਾ ਚੱਲਦਾ ਵੀ ਸਾਡੀ ਫਾਈਨੈਂਸ਼ੀਅਲ ਸਟਰੈਂਥ ਕਿੰਨਾ ਹੈਗੀ ਆ, ਕੰਸਰਨ ਦੀ ਫਾਈਨੈਂਸ਼ੀਅਲ ਸਟਰੈਂਥ ਕਿੰਨੀ ਹੈਗੀ ਆ, ਤੇ ਸਾਨੂੰ ਇਹ ਵੀ ਪਤਾ ਚੱਲੇਗਾ ਵੀ ਸਾਡੇ ਕੋਲ ਜਿਹੜੇ ਕਿ ਆਪਾਂ ਸੋਰਸ ਇਕੱਠੇ ਕੀਤੇ ਜਿਹੜੇ ਸਾਡੇ ਉਹ ਕਿੱਥੋਂ ਆਏ ਤੇ ਆਪਾਂ ਕਿੱਥੇ ਲਗਾਵਾਂਗੇ। ਹਾਂ ਫਿਰ ਉਹਨਾਂ ਨੇ ਕਿਹਾ ਵੀ ਓਨਰ ਫੰਡ ਤੇ ਬੋਰੋਡ ਫੰਡ ਉਹਨੂੰ ਵੀ ਆਪਾਂ ਬੈਲੈਂਸ ਸ਼ੀਟ 'ਚ ਪ੍ਰੋਪਰ ਸ਼ੋਅ ਕਰਦੇ ਹਾਂ। ਬੈਲੈਂਸ ਸ਼ੀਟ ਕਿਹੜੇ ਹਿਸਾਬ ਨਾਲ ਬਣਦੀ ਹੈ, ਕਹਿੰਦੇ ਉੱਦਾਂ ਤੇ ਜਨਰਲੀ ਕੋਈ ਵੀ ਉਹਨਾਂ ਨੇ ਸੀਕੁਐਂਸ ਨਹੀਂ ਦਿੱਤੇ ਰਾ ਵੀ ਐਸੈਟ ਲਾਇਬਿਲਿਟੀ ਨੂੰ ਕਿੱਦਾਂ ਸ਼ੋਅ ਕਰੋ, ਪਰ ਕੰਪਨੀਜ਼ ਐਕਟ 2013 ਨੇ ਕਿਹਾ ਸੀਗਾ ਵੀ ਇੱਕ ਉਹਨਾਂ ਨੇ ਫੋਰਮੈਟ ਦੇ ਦਿੱਤਾ ਸੀ ਕਾਇਆ ਬੈਲੈਂਸ ਸ਼ੀਟ ਦਾ। ਕਹਿੰਦੇ ਉਹ ਕਿਹਦੇ 'ਚ ਹੈਗਾ ਪਾਰਟ 1 ਸ਼ਡਿਊਲ 3 ਦੇ ਵਿੱਚ ਤੁਹਾਡਾ ਕੀ ਬੈਲੈਂਸ ਸ਼ੀਟ ਦਾ ਫੋਰਮੈਟ ਦਿੱਤੇ ਰਾ ਕੰਪਨੀਜ਼ ਐਕਟ 2013 ਦੇ ਵਿੱਚ, ਇਹਨੂੰ ਲਿਖ ਕੇ ਜ਼ਰੂਰ ਆਈਓ। ਉਸ ਤੋਂ ਬਾਅਦ ਅਗਲਾ ਤੁਹਾਡਾ ਪੁਆਇੰਟ ਆ ਗਿਆ ਇਨਕਮ ਸਟੇਟਮੈਂਟ ਜਿਹਨੂੰ ਕਿ ਆਪਾਂ P&L ਵੀ ਕਹਿੰਦੇ ਆ ਜਾਂ ਸਟੇਟਮੈਂਟ ਆਫ P&L ਵੀ ਕਹਿੰਦੇ ਆ। ਕਹਿੰਦੇ ਇਨਕਮ ਸਟੇਟਮੈਂਟ 'ਚ ਕੀ ਹੋਣ ਡਿਆ ਤੁਹਾਡਾ ਓਪਰੇਸ਼ਨਲ ਪੋਜੀਸ਼ਨ ਜਿਹੜੀ ਕੰਸਰਨ ਦੀ ਉਹ ਪਤਾ ਚੱਲੇ ਕਰਦੀ ਹੈ। ਹਾਂ ਜਿੱਦਾਂ ਕਿ ਇਨਕਮ ਆਈ, ਐਕਸਪੈਂਸ ਕੀਤੇ, ਗਰੋਸ ਪ੍ਰੋਫਿਟ ਤੁਹਾਡਾ ਇੱਥੇ ਨਿਕਲ ਕੇ ਆ ਗਿਆ ਤੇ ਉਸ ਤੋਂ ਬਾਅਦ ਗਰੋਸ ਪ੍ਰੋਫਿਟ ਦੇ ਨਾਲ ਹੀ ਤੁਸੀਂ ਜਿਹੜੇ ਕਿ ਆਪਣੇ ਕੀ ਐਕਸਪੈਂਸ ਜਿਹੜੇ ਹੈਗੇ ਤੁਹਾਡੇ ਪੇ ਕਰਨ ਤੋਂ ਬਾਅਦ ਤੁਹਾਡੇ ਕੋਲ ਨੈਟ ਪ੍ਰੋਫਿਟ ਕਿੰਨਾ ਬਚੇਗਾ ਉਹਦੇ ਤੁਸੀਂ ਪੜ੍ਹਦੇ ਰਹਿੰਦੇ ਹੋ, ਉਹਨੂੰ ਆਰਾਮ ਨਾਲ ਇੱਥੋਂ ਲਿਖ ਲਿਓ ਉੱਦਾਂ ਹੀ। ਫਿਰ P&L ਤੇ ਬੈਲੈਂਸ ਸ਼ੀਟ ਪਰਟੀਕੂਲਰਲੀ ਦੋਵਾਂ ਦੇ ਵਿੱਚ ਇਹ ਪੁਆਇੰਟ ਲਿਖ ਲਿਓ ਵੀ ਇਹ ਕਦੋਂ ਬਣਦੀ ਹੈ। ਜਨਰਲੀ ਤੁਸੀਂ 1 ਸਾਲ ਦੀ ਬਣਾਉਂਦੇ ਹੋ, ਜਨਰਲੀ 1 ਸਾਲ ਦੀ ਬਣਾਉਂਦੇ ਹੋ ਜਿਹਨੂੰ ਕਿ ਆਪਾਂ ਕਹਿੰਦੇ ਹਾਂ ਅਕਾਊਂਟਿੰਗ ਪੀਰੀਅਡ। ਅਕਾਊਂਟਿੰਗ ਪੀਰੀਅਡ ਜਾਂ ਫਿਰ ਮੈਂ ਕਹਾਂ ਫਾਈਨੈਂਸ਼ੀਅਲ ਪੀਰੀਅਡ ਜਿਹੜਾ ਹੈਗਾ ਤੁਹਾਡਾ ਉਹ ਨੋਰਮਲੀ ਕਿੰਨੇ ਤਰੀਕੇ ਦਾ ਹੋਏਗਾ ਤੁਹਾਡਾ, ਮਤਲਬ ਕਿੰਨੀ ਦੇਰ ਦਾ ਹੁੰਦਾ ਤੁਹਾਡਾ ਆ ਗਿਆ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਦਾ ਤੁਸੀਂ ਨੋਰਮਲੀ 19 ਬਣਾਉਂਦੇ ਹੋ। ਹਾਂ ਫਿਰ ਉਹਨਾਂ ਨੇ ਕਿਹਾ ਵੀ ਮੈਨੂਫੈਕਚਰਿੰਗ ਅਕਾਊਂਟ ਜਿਹੜਾ ਹੈਗਾ ਨਾ ਉਹਨੂੰ ਆਪਾਂ ਕਹਿ ਸਕਦੇ ਹਾਂ ਇਨਕਮ ਸਟੇਟਮੈਂਟ, ਤੇ ਜਿਹੜਾ ਤੁਹਾਡਾ ਟ੍ਰੇਡਿੰਗ ਅਕਾਊਂਟ ਜਿਹੜਾ ਹੈਗਾ ਉਹਨੂੰ ਆਪਾਂ ਕਹਿ ਸਕਦੇ ਹਾਂ ਲੋਸ ਤੇ ਪ੍ਰੋਫਿਟ ਨੂੰ ਕੱਢਣ ਦੀ ਆਪਾਂ ਕੀ ਬਣਾਉਂਦੇ ਹਾਂ। ਤੇ ਜਿਹੜੀ ਆਪਣੀ ਸਟੇਟਮੈਂਟ ਆਫ ਚੇਂਜਿਸ ਇਨ ਓਨਰ ਫੰਡ ਹੈ ਉਹਨੂੰ ਆਪਾਂ ਰਿਟੇਨ ਅਰਨਿੰਗ ਜਾਂ ਫਿਰ ਪ੍ਰੋਪਰਾਈਟਰੀ ਫੰਡ ਵੀ ਕਹਿੰਦੇ ਹਾਂ ਉਹਨੂੰ। ਹੁਣ ਉਹਨਾਂ ਨੇ ਅੱਗੇ ਆ ਵੀ ਕਿਹਾ ਵੀ ਜਿਹੜਾ ਆਪਣਾ P&L ਜਿਹੜਾ ਹੈਗਾ ਨਾ ਜਿਹੜਾ ਇਨਕਮ ਸਟੇਟਮੈਂਟ ਹੈ ਉਹ ਐਜ਼ ਪਰ ਪਾਰਟ 2 ਸ਼ਡਿਊਲ 3 ਜਿਹੜਾ ਕੰਪਨੀ ਰੈਟ 'ਚ ਦਿੱਤੇ ਉਹਨਾਂ ਨੇ ਉਸ ਹਿਸਾਬ ਨਾਲ ਬਣਦੀ ਹੈ। ਹਾਂ ਫਿਰ ਅਗਲਾ ਤੁਹਾਡਾ ਪੁਆਇੰਟ ਆ ਗਿਆ ਸਟੇਟਮੈਂਟ ਆਫ ਚੇਂਜਿਸ ਇਨ ਓਨਰਸ ਇਕੁਇਟੀ ਔਰ ਰਿਟੇਨ ਅਰਨਿੰਗ। ਕਹਿੰਦੇ ਯਾਰ ਜਿਹੜਾ ਸਟੇਟਮੈਂਟ ਆਫ ਓਨਰਸ ਇਕੁਇਟੀ ਹੈ ਨਾ ਉਹਨੂੰ ਆਪਾਂ ਸਟੇਟਮੈਂਟ ਆਫ ਰਿਟੇਨ ਅਰਨਿੰਗ ਵੀ ਕਹਿੰਦੇ ਆ, ਸਟੇਟਮੈਂਟ ਆਫ ਓਨਰ ਫੰਡ ਵੀ ਕਹਿੰਦੇ ਆ ਜਾਂ ਫਿਰ ਸਟੇਟਮੈਂਟ ਆਫ ਇਕੁਇਟੀ ਵੀ ਕਹਿੰਦੇ ਆ। ਯਾਰ ਇਹਦੇ 'ਚ ਕੀ ਹੁੰਦਾ ਹੈਗਾ ਆਪਾਂ ਦੱਸਦੇ ਹਾਂ ਆਪਣਾ ਵੀ ਪੇਡ ਅਪ ਸ਼ੇਅਰ ਕੈਪੀਟਲ ਕਿੰਨੀ ਹੈ, ਸਾਡੇ ਕੋਲ ਇਨੀਸ਼ੀਅਲ ਜਿਹੜਾ ਫੰਡ ਜਿਹੜਾ ਪਹਿਲੇ ਦਾ ਇਕੱਠਾ ਹੋਇਆ ਸੀਗਾ ਸਟਾਰਟਿੰਗ ਦਾ ਉਹ ਵਾਲਾ, ਤੇ ਜਿਹੜਾ ਬਾਅਦ 'ਚ ਸਾਡੇ ਕੋਲ ਫੰਡ ਆਇਆ ਉਹਦਾ ਆਪਾਂ ਕੀ ਕਰਨਾ। ਹਾਂ ਉਹਨਾਂ ਨੇ ਇੱਥੇ ਸ਼ੋਅ ਕੀਤਾ ਵੀ ਇਹ ਸਟੇਟਮੈਂਟ ਜਿਹੜੀ ਨਾ ਇਹਨੂੰ ਆਪਾਂ P&L ਐਪਰੋਪ੍ਰੀਏਸ਼ਨ ਅਕਾਊਂਟ ਵੀ ਕਹਿੰਦੇ ਆ ਜਾਂ ਫਿਰ ਇਨਕਮ ਡਿਸਪੋਜ਼ਲ ਸਟੇਟਮੈਂਟ ਵੀ ਕਹਿੰਦੇ ਇਹਨੂੰ ਆਪਾਂ। ਇਹਦੇ 'ਚ ਸਾਨੂੰ ਕੀ ਪਤਾ ਚੱਲਦਾ ਵੀ ਜਿਹੜਾ ਸਾਡਾ ਓਨਰ ਹੈਗਾ ਓਨਰ ਦੀ ਇਕੁਇਟੀ ਦਾ ਅਕਾਊਂਟ ਜਿਹੜਾ ਹੈਗਾ ਉਹਦੇ ਵਿੱਚ ਰਿਟੇਨ ਅਰਨਿੰਗ ਤੇ ਅਰਨਿੰਗ ਜਿਹੜੀ ਇਕੱਠੀ ਹੋਈ ਸੀ ਉਹਦਾ ਆਪਾਂ ਕੀ ਕੀਤਾ ਐਪਰੋਪ੍ਰੀਏਸ਼ਨ ਕਰਨਾ ਆਪਾਂ ਉਹਦਾ, ਇੱਥੋਂ ਇੰਨਾ ਯਾਦ ਰੱਖਿਓ। ਹੁਣ ਅੱਗੇ ਐਂਡ 'ਚ ਦੇਖ ਲਓ ਮੈਂ ਕਿ ਅੰਡਰਲਾਈਨ ਕੀਤਾ ਵੀ ਕਹਿੰਦੇ ਵੀ ਐਪਰੋਪ੍ਰੀਏਸ਼ਨ ਕੈਨ ਨੋਟ ਬੀ ਮੋਰ ਦੈਨ ਪ੍ਰੋਫਿਟ। ਕਹਿੰਦੇ ਯਾਰ ਐਪਰੋਪ੍ਰੀਏਸ਼ਨ ਜਿਹੜੀ ਡਿਸਟਰੀਬਿਊਸ਼ਨ ਕਰਨੀ ਆ ਤੁਸੀਂ ਉਹ ਪ੍ਰੋਫਿਟ ਤੋਂ ਜ਼ਿਆਦਾ ਤਾਂ ਹੋ ਹੀ ਨਹੀਂ ਸਕਦੀ ਕਿਉਂਕਿ ਉਹ ਪ੍ਰੋਫਿਟ 'ਚੋਂ ਹੀ ਤੁਸੀਂ ਕਰਨਾ ਹੈਗਾ ਜਿਹੜਾ ਨਿਕਲ ਕੇ ਆ ਗਿਆ ਐਂਡ ਤੁਸੀਂ ਉਹਦੇ 'ਚੋਂ ਤਾਂ ਡਿਸਟਰੀਬਿਊਟ ਕਰਨਾ ਨਾ ਨਾਲ ਤੁਸੀਂ। ਦੇਅਰ ਕੈਨ ਨੋਟ ਬੀ ਐਪਰੋਪ੍ਰੀਏਸ਼ਨ ਵਿਦਾਊਟ ਪ੍ਰੋਫਿਟ। ਕਹਿੰਦੇ ਪ੍ਰੋਫਿਟ ਦੇ ਬਗੈਰ ਤੁਹਾਡੀ ਐਪਰੋਪ੍ਰੀਏਸ਼ਨ ਤੇ ਮਤਲਬ ਹੋ ਹੀ ਨਹੀਂ ਸਕਦੀ। ਹਾਂ ਫਿਰ ਅਗਲਾ ਤੁਹਾਡਾ ਆ ਜਾਂਦਾ ਸਟੇਟਮੈਂਟ ਆਫ ਚੇਂਜਿਸ ਇਨ ਫਾਈਨੈਂਸ਼ੀਅਲ ਪੋਜੀਸ਼ਨ।
ये कैश फ्लो का सारा आन दिया अगे, ठीक है, तो फंड फ्लो का हूँ मैं थोड़ा दस देना की है। उन्होंने कहा भी P&L तो बैलेंस शीट जी की है फाइनैशियल स्टेटमेंट आप बनाने दो बेसिक है, पर गैप ने क्या ही चार होंगे, उन्होंने चार के एक स्टेटमेंट ऑफ चेंजिज इन फाइनैशियल पोजीशन भी आ गई जिन्होंने आप कैश फ्लो तो फंड फ्लो कहने। हाँ हूँ उन्होंने कहा यार जी बैलेंस शीट हैगी ना वो सानू दसदी है साढ़े कोल की आया करता है, फंड कितों आया करता है, कैपिटल कितों आया करती है, पैसा कितों आया करता है, तो वो जो सोर्स जो साढ़े को आया करते हैं आप प्रॉपर यूज़ कितने करना है, एक बार आप यूज़ कर ले। उस तो बाद बैलेंस शीट जी ना कि बैलेंस शीट तो होगी, उस तो बाद P&L जोड़ा है P&L सानू दसन दिया भी साढ़े जो ऑपरेटिंग चीज़ां जड़ियाँ उन्होंने आप किस हिसाब नाल संभालिया। ग्रोस प्रॉफिट निकल के आया, ग्रोस प्रॉफिट का आप कि पेइंग वगैरह करती जी आप एक्सपेंसिस की, उस तो साढ़े को नैट प्रॉफिट या फिर नैट लॉस जो बचेगा वो किदा निकल के आएगा। पर कहते कई बारी पूरे तरीके जी ट्रांजैक्शन है शो नहीं कर पाते बैलेंस शीट से P&L, तो ही करके एक बैटर अंडरस्टैंडिंग जी उन्होंने वर्ड यूज़ किया बैटर अंडरस्टैंडिंग लिए किया उन्होंने स्टेटमेंट ऑफ चेंजिज इन फाइनैशियल पोजीशन बनाया उन्होंने, जिन्हों कि आप कहने एक तो कैश फ्लो स्टेटमेंट है एक तो फंड फ्लो स्टेटमेंट है। हूँ साढ़ा सिद्ध इतने आ जाता भी फंड फ्लो स्टेटमेंट की है, ये सानू दसदी है फाइनैशियल कंडीशन चेंज कितनी आई है कंपनी की, कैश के बारे भी दसदी है। कहते फंड जो वर्ड है ना वह मतलब ही दसिया उन्होंने वर्किंग कैपिटल, नैट वर्किंग कैपिटल, ग्रोस वर्किंग कैपिटल शो कर दी उत्थे। उस तो बाद उन्होंने जो चल सुन ही लो है तो अपना ग्रोस वर्किंग कैपिटल की है, ग्रोस वर्किंग कैपिटल इज इक्वल टू करंट एसेट, तो नैट वर्किंग कैपिटल इज इक्वल टू करंट एसेट माइनस करंट लाइबिलिटी, ठीक है। तो जी जो नैट नैट वर्किंग कैपिटल जो करंट एसेट ज़्यादा होंगे तो वह प्लस होएगा आंसर, तो जे तो करंट लाइबिलिटी वध होएगी तो आंसर जो नैगेटिव होएगा, जो प्लस आंसर है तो वधिया, जो नैगेटिव है तो घटिया। हूँ आप फंड फ्लो स्टेटमेंट आप करते हैं पॉलिसी फॉर्मेशन का काम करते हैं, तो सूँ पता चलता भी अगे जाके आप करना है। हाँ परफॉर्मेंस का सूँ पता चलता है। फिर अगला तो आ गया कैश फ्लो स्टेटमेंट। यार कैश फ्लो स्टेटमेंट हैगी ना वह कंसैप्ट थोड़ा नैरो है, तो फंड फ्लो स्टेटमेंट का कंसैप्ट थोड़ा जहा वाइडर है। 2 मिनट सर आप दिख नहीं रहे 2 मिनट मैं गायब हो गया, नहीं यार 2 मिनट बस। वो यार उन्हीं ठीक हो ना, कोई गल नहीं, 2 मिनट रुको बस, थोड़ा ऊपर। अरे कुछ नहीं यार टेक्निकल इशू आया था थोड़ा यार, कोई गल नहीं, कोई नहीं हो गया। हाँ ठीक है। अच्छा यार आप गल करे करते ही भी कैश फ्लो स्टेटमेंट है ना वो एज पर AS3 बनती है, यदा कंसैप्ट जोड़ा है ना कैश फ्लो स्टेटमेंट का कंसैप्ट काफ़ी की है नैरो है एज कंपेयर टू फंड फ्लो स्टेटमेंट। यार फिर उन्होंने कहा भी कैश फ्लो स्टेटमेंट होंगे की है कैश तो कैश इक्वलेंट का इनफ्लो तो आउटफ्लो जो उन्होंने रिकॉर्ड किया जाता है। नैट इफैक्ट जोड़ा है बिजनस ट्रांजैक्शन का तो कैश से की आएगा उन्होंने आप रिकॉर्ड करना है। बिजनस ट्रांजैक्शन इदा अपनी रिसिप्ट पेमेंट होगी, एसैट तो लाइबिलिटी चेंजिज हो गए तो इनकम तो एक्सपेंसिस जोड़े हो गए उन्होंने आप बिजनस ट्रांजैक्शन कहने तो उन्होंने नैट इफैक्ट में आप रिकॉर्ड करना है। उन्होंने नैट इफैक्ट जोड़ा कि कैश तो कैश इक्वलेंट से की पे करता है वही आप समराइज स्टेटमेंट बनाने जी साड़ी कैश पोजीशन दसदी है उन्होंने आप कहने कैश फ्लो स्टेटमेंट। हाँ हाँ ठीक है। अच्छा साड़ी यार थ्योरी जी कि 3rd चैप्टर की थ्योरी पूरी कंप्लीट हो गई है। हाँ हाँ हूँ यार 3rd चैप्टर की थ्योरी साड़ी कंप्लीट तो हो गई है, पर आप ये पढ़िया की है ध्यान सुन लो एक बारी। पहले तो आप देखा भी फाइनैशियल स्टेटमेंट की डेफिनेशन की है देख लिया, उस तो आप देखा यार भी फाइनैशियल स्टेटमेंट का नेचर की है, नेचर देख लिया, नेचर की पॉइंट की आप देखिया गया भी आप फाइनैशियल स्टेटमेंट की करना है नेचर च रिकॉर्डिड फैक्ट्स कन्वेंशनस असम्पशनस तो लास्ट तो रह गया कि परसनल जजमेंट को कंसीडर करना है, ये हो गया। उस तो आप देखा भी ऑब्जैक्टिव की है, ये चल इंपोर्टेंट नहीं है, इनू सिर्फ उत्तों तो देख लियो, ये इंपोर्टेंट तो भी टाइप्स देखे ही आप भी फाइनैशियल स्टेटमेंट के टाइप्स किन्ने ही गैप कहता है भी 4 है कि टाइप्स से बैलेंस शीट एज पर कंपनीज एक्ट पार्ट 1 शेड्यूल 3 ठीक है। तो इनकम स्टेटमेंट जी वो कितना एज पर पार्ट 2 शेड्यूल 3 ऑफ द कंपनीज एक्ट ठीक है।
ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਵੀ ਸਟੇਟਮੈਂਟ ਆਫ ਚੇਂਜਸ ਇਨ ਓਨਰ ਫੰਡ ਜਾਂ ਫਿਰ ਸਟੇਟਮੈਂਟ ਆਫ ਚੇਂਜਸ ਇਨ ਜਿਹਨੂੰ ਮੈਂ ਕਹਿੰਦਾ ਵੀ ਰਿਟੇਨ ਅਰਨਿੰਗ ਓਵਰ ਇਕੁਇਟੀ। ਫਿਰ ਐਂਡ 'ਚ ਆਪਾਂ ਕੀ ਕੀਤਾ, ਸਟੇਟਮੈਂਟ ਆਫ ਚੇਂਜਸ ਇਨ ਫਾਈਨੈਂਸ਼ੀਅਲ ਪੋਜੀਸ਼ਨ, ਜਿਹਨੂੰ ਕਿ ਆਪਾਂ ਕਹਿੰਦੇ ਹਾਂ ਅੱਗੇ ਜਾ ਕੇ ਦੋ ਤਰੀਕੇ ਨਾਲ ਬਣਾਉਂਦੀ ਹੈ, ਫੰਡ ਫਲੋ ਤੇ ਕੈਸ਼ ਫਲੋ ਸਟੇਟਮੈਂਟ। ਹਾਂ ਕਵਰ ਹੈ। ਅੱਛਾ ਚੱਲ ਸਾਡਾ ਯਾਰ ਹੁਣ ਥਰਡ ਚੈਪਟਰ ਦੀ ਥਿਊਰੀ ਪੂਰੀ ਕੰਪਲੀਟ ਹੋ ਗਈ ਆ। ਹੁਣ ਥੋੜ੍ਹੀ ਜਿਹੀ ਆਪਾਂ ਫੇਰ ਤੋਂ ਆਉਂਦੇ ਹਾਂ ਅਤੇ ਜਿਹੜਾ ਆਪਣਾ ਫੋਰਥ ਚੈਪਟਰ ਦੀ ਜਿਹੜੀ ਥਿਊਰੀ ਹੈ ਨਾ ਉਹਨੂੰ ਵੀ ਆਪਾਂ ਨਾਲ ਹੀ ਕਵਰ ਕਰ ਲੈਣਾ ਨਾਲ ਹੀ, ਠੀਕ ਹੈ। ਉਹ ਵੀ ਇਹਦੇ ਵਾਂਗੂ ਥੋੜ੍ਹੀ ਬਹੁਤੀ ਸੇਮ ਹੀ ਹੈਗੀ ਆ, ਪਰ ਇਹ ਥੋੜ੍ਹੇ ਜਿਹੇ ਚੇਂਜਸ ਹੈਗੇ ਆ। ਉਹਦੇ 'ਚੋਂ ਪੇਪਰ 'ਚ ਕੁਐਸਚਨ ਆਉਂਦਾ, ਉਹਦੇ 'ਚ ਜ਼ਿਆਦਾ ਚਾਂਸ ਆਉਣ ਦਾ। ਇਹ ਹੀਗਾ ਬੇਸਿਕਸ, ਇਹਨੇ ਕਾਫੀ ਜ਼ਿਆਦਾ ਯੂਜ਼ ਹੋਣਾ ਉਹਦੇ 'ਚ, ਤਾਂ ਮੈਂ ਤੁਹਾਨੂੰ ਚਲ ਕਰਾ ਦਿੱਤਾ, ਠੀਕ ਹੈ। ਅਤੇ ਇਹਨੂੰ ਹੁਣ ਥੋੜ੍ਹਾ ਰਿਵਾਈਜ਼ ਕਰ ਲਓ ਉਨੀ ਦੇਰ ਤੱਕ, ਅਤੇ ਆਪਾਂ ਬਾਅਦ 'ਚੋਂ ਕਰਦੇ ਹਾਂ ਅਗਲੇ ਚੈਪਟਰ ਨਾਲ ਹੀ। ਹਾਂ ਕੋਈ ਨਹੀਂ ਖਾਓ।